ਚੰਡੀਗੜ੍ਹ ਦੇ ਵਿੱਚ 4 ਮਈ ਤੋਂ ਲੈ ਕੇ 11 ਮਈ ਤੱਕ ਕਈ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ ਅਤੇ ਇਸ ਨੂੰ ਮਿੰਨੀ ਲੋਕਡਾਊਨ ਵੀ ਆਖਿਆ ਜਾ ਰਿਹਾ। ਇਸ ਲੋਕਡਾਊਨ ਦੇ ਵਿੱਚ ਚੰਡੀਗੜ੍ਹ ਦਾ ਨਜ਼ਾਰਾ, ਚੰਡੀਗੜ੍ਹ ਦੇ ਦ੍ਰਿਸ਼, ਇੱਥੋਂ ਦੇ ਸੜਕਾਂ ਦੇ ਜੋ ਹਾਲਾਤ ਨੇ ਉਹ ਵੱਖਰੇ ਦਿਖਾਈ ਦਿੰਦੇ ਨੇ। ਕਹਿੰਦੇ ਨੇ ਚੰਡੀਗੜ੍ਹ ਸ਼ਹਿਰ ਜ਼ਿਆਦਾ ਖੂਬਸੂਰਤ ਦਿਖਾਈ ਦਿੰਦਾ ਜਦ ਇੱਥੇ ਸ਼ਾਂਤੀ ਹੁੰਦੀ ਹੈ, ਜਦ ਸੜਕਾਂ 'ਤੇ ਭੀੜ ਜ਼ਿਆਦਾ ਨਹੀਂ ਹੁੰਦੀ, ਰਸ਼ ਜ਼ਿਆਦਾ ਨਹੀਂ ਹੁੰਦੀ। ਪਰ ਜੋ ਹੁਣ ਦੇ ਜੋ ਹਾਲਾਤ ਨੇ, ਜੋ ਹੁਣ ਦੀ ਸਥਿਤੀ ਹੈ, ਉਹ ਜਿਹੀ ਨਹੀਂ ਹੈ ਕਿ ਚੰਡੀਗੜ੍ਹ ਨੂੰ ਆਪਾਂ ਕਹਿ ਸਕੀਏ ਕਿ ਖੂਬਸੂਰਤ ਦਿਖਾਈ ਦੇ ਰਿਹਾ। ਕਿਉਂਕਿ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਚੱਲਦਿਆਂ ਲੋਕਡਾਊਨ ਦੇ ਜਿਹੜੇ ਵਰਗੇ ਆ, ਜਿਹੜੇ ਇੱਥੇ ਰਿਸਟ੍ਰਿਕਸ਼ਨਸ ਲਾਗੂ ਕੀਤੀਆਂ ਗਈਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ 4 ਮਈ ਤੋਂ ਲੈ ਕੇ 11 ਮਈ ਤੱਕ ਕਈ ਜਿਹੜੀਆਂ ਨਿਯਮਾਂ ਦੀ ਪਾਲਣਾ ਕਰਨ ਲਈ ਇੱਥੋਂ ਦੇ ਨਾਗਰਿਕਾਂ ਨੂੰ ਆਖਿਆ ਗਿਆ ਤੇ ਇਸ ਦੇ ਤਹਿਤ ਹੀ ਜਿਹੜੇ ਲੋਕ ਨੇ ਉਹਨਾਂ ਨੂੰ ਘਰਾਂ ਵਿੱਚ ਬੈਠ ਕੇ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸੜਕਾਂ ਦੇ ਵਿੱਚ ਕਹਿ ਲਈਏ ਤਾਂ 50% ਸਵਾਰੀਆਂ ਦੇ ਨਾਲ ਸੜਕਾਂ ਨੂੰ ਬੱਸਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ। ਸੋ ਇਸੇ ਤਰ੍ਹਾਂ ਦੇਖ ਸਕਦੇ ਹਾਂ ਕਿ ਇੱਥੇ ਪੁਲਿਸ ਦੇ ਨਾਕੇ ਵੀ ਲੱਗੇ ਹੋਏ ਨੇ ਜੋ ਕਿ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਲੋਕ ਜਾ ਰਹੇ ਨੇ। ਜੇਕਰ ਕੋਈ ਬਿਨਾਂ ਕੰਮ ਤੋਂ ਬਾਹਰ ਜਾ ਰਿਹਾ ਹੈ, ਬਿਨਾਂ ਕੰਮ ਤੋਂ ਘੁੰਮ ਰਿਹਾ ਹੈ ਤਾਂ ਉਸਨੂੰ ਰੋਕਿਆ ਵੀ ਜਾ ਰਿਹਾ। ਪਰ ਜਿਨ੍ਹਾਂ ਦੇ ਕੰਮਕਾਰ ਨੇ, ਕਿਉਂਕਿ ਜ਼ਰੂਰੀ ਵਸਤਾਂ ਤੇ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ ਤੇ ਉਹ ਲੋਕ ਕੰਮ ਤੇ ਜਾ ਸਕਦੇ ਨੇ ਜਿਹੜੇ ਜ਼ਰੂਰੀ ਕੰਮਾਂ ਦੇ ਵਿੱਚ ਲੱਗੇ ਹੋਏ ਨੇ। ਇਸ ਤੋਂ ਇਲਾਵਾ ਜੋ ਆਵਾਜਾਈ ਉਸ 'ਤੇ ਜ਼ਿਆਦਾ ਰੋਕ ਨਹੀਂ ਲਗਾਈ ਗਈ। ਪਰ ਇਹ ਜ਼ਰੂਰ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ, ਕਿਉਂਕਿ ਉਹਨਾਂ ਦੇ ਲਈ ਹੀ ਚੰਗਾ ਹੈ ਕਿ ਜਿੰਨਾ ਉਹ ਘਰ ਦੇ ਵਿੱਚ ਰਹਿੰਦੇ ਨੇ, ਕੰਮ ਤੋਂ ਬਿਨਾਂ ਬਾਹਰ ਨਹੀਂ ਜਾਂਦੇ, ਤਾਂ ਕਰੋਨਾ ਦੀ ਲਹਿਰ ਨੂੰ ਥੰਮਿਆ ਜਾ ਸਕਦਾ, ਇਸ ਨੂੰ ਰੋਕਿਆ ਜਾ ਸਕਦਾ ਤੇ ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ। ਸੋ ਅੱਜ ਦਾ ਦ੍ਰਿਸ਼ ਜੋ ਚੰਡੀਗੜ੍ਹ ਦਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਨੇ ਉਹ ਇਸ ਲੋਕਡਾਊਨ ਬਾਰੇ, ਇਹਨਾਂ ਜਿਹੜੇ ਨਿਯਮ ਨੇ ਉਹਨਾਂ ਬਾਰੇ ਕੀ ਸੋਚਦੇ ਨੇ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇਹ ਬਾਜ਼ਾਰ ਹੈ ਜਿਸ ਦੇ ਵਿੱਚ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਸ਼ਟਰ ਨੇ ਜੋ ਉਹ ਬੰਦ ਨੇ, ਕਿਉਂਕਿ ਇਹ ਜਿਹੜੇ ਨਿਯਮ ਲਾਗੂ ਕੀਤੇ ਗਏ ਨੇ ਕਿ ਇਕੱਲੀਆਂ ਜ਼ਰੂਰੀ ਜਿਹੜੀਆਂ ਸੇਵਾਵਾਂ ਨੇ, ਜ਼ਰੂਰੀ ਵਸਤਾਂ ਨੇ, ਉਹਨਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ, ਬਾਕੀ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇਗਾ। ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ SBI ਦਾ ਬੈਂਕ ਹੈ। ਬੈਂਕ ਦੇ ਮੂਹਰੇ ਕਤਾਰਾਂ ਲੱਗੀਆਂ ਹੋਏ ਨੇ, ਲੋਕ ਖੜੇ ਨੇ। ਦੇਖ ਸਕਦੇ ਹਾਂ ਕਿ ਲੋਕਾਂ ਦੀ ਕਾਫੀ ਭੀੜ ਉੱਥੇ ਜਮ੍ਹਾਂ ਹੋਈ ਹੈ ਅਤੇ ਬਾਕੀ ਜੋ ਦੁਕਾਨਾਂ ਨੇ, ਕੈਮਿਸਟ ਦੀਆਂ ਦੁਕਾਨਾਂ ਤੋਂ ਬਿਨਾਂ ਬਾਕੀ ਸਾਰੀਆਂ ਦੁਕਾਨਾਂ ਬੰਦ ਦਿਖਾਈ ਦੇ ਸਕਦੀਆਂ ਨੇ। ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇੱਥੇ ਸੁਨਸਾਨ ਆਪਾਂ ਕਹਿ ਸਕਦੇ ਹਾਂ, ਕਿਉਂਕਿ ਦੁਕਾਨਾਂ ਸਾਰਿਆਂ ਦੇ ਸ਼ਟਰ ਬੰਦ ਨੇ। ਸਿਰਫ ਇੱਕ ਬੈਂਕ ਖੁੱਲ੍ਹੇ ਨੇ, ਇੱਕ ਕੈਮਿਸਟ ਦੀਆਂ ਦੁਕਾਨਾਂ ਖੁੱਲ੍ਹੀਆਂ ਨੇ ਤੇ ਜ਼ਰੂਰੀ ਵਸਤਾਂ ਜਿਵੇਂ ਕਿ ਦੁੱਧ ਹੋ ਗਿਆ ਜਾਂ ਸਬਜ਼ੀਆਂ ਹੋ ਗਈਆਂ, ਉਹਨਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਨੇ, ਉਹ ਵੀ ਸਿਰਫ 5 ਵਜੇ ਤੱਕ, ਕਿਉਂਕਿ ਨਿਯਮ ਅਨੁਸਾਰ 5 ਵਜੇ ਤੋਂ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਤੇ 6 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿਹੜਾ ਰਾਤ ਦਾ ਕਰਫਿਊ ਹੈ ਉਹ ਵੀ ਲਾਗੂ ਹੋ ਜਾਂਦਾ ਹੈ। ਸੋ ਆਪਾਂ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਆਟੋ ਰਿਕਸ਼ਾ ਵਾਲੇ ਜਿਹੜੇ ਖੜੇ ਨੇ। ਅੰਕਲ, ਕੀ ਨਾਮ ਹੈ ਤੁਹਾਡਾ? ਸੋਨੂ ਜੀ। ਅੱਛਾ, ਹੁਣ ਜਿਵੇਂ ਇੱਥੇ ਨਿਯਮ ਲਾਗੂ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ, ਸਵਾਰੀਆਂ ਕਿੰਨੀਆਂ ਕੁ ਮਿਲ ਜਾਂਦੀਆਂ ਨੇ? ਸਵਾਰੀ ਤਾਂ ਉੱਕੀ ਫੁੱਕੀ ਮਿਲ ਰਹੀ ਜੀ, ਕੋਈ ਇੱਕ ਕਦੇ ਦੋ। ਹਾਂਜੀ, ਸਵਾਰੀ ਜ਼ਿਆਦਾ ਹੈ ਨਹੀਂ ਜੀ। ਆਟੋ ਦੇ ਵਿੱਚ ਕਿੰਨੇ ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੈ? ਫਿਲਹਾਲ ਤਾਂ ਪ੍ਰਸ਼ਾਸਨ ਵੱਲੋਂ 2 ਹੀ ਹੈ ਜੀ, ਡਰਾਈਵਰ ਪਲੱਸ 2 ਸਵਾਰੀਆਂ ਜੀ। ਹਾਂਜੀ। ਕਿਵੇਂ ਲੱਗਦਾ, ਕਿਉਂਕਿ 6 ਵਜੇ ਤਾਂ ਬੰਦ ਹੋ ਜਾਂਦਾ ਲੋਕਡਾਊਨ, ਮਤਲਬ ਕਰਫਿਊ ਲੱਗ ਜਾਂਦਾ ਰਾਤ ਦਾ, ਤੇ ਤੁਸੀਂ 6 ਵਜੇ ਨੂੰ ਘਰ ਵਾਪਸ ਪਰਤ ਜਾਂਦੇ ਹੋ। ਆਪਾਂ ਤਾਂ 5 ਵਜੇ ਚੱਲ ਜਾਂਦੇ ਜੀ ਘਰ, ਕਿਉਂ ਗੌਰਮੈਂਟ ਦੇ ਆਪਾਂ ਹੁਕਮ ਵੀ ਮੰਨਣੇ ਆ ਜੀ। ਜਿਸ ਤਰ੍ਹਾਂ ਗੌਰਮੈਂਟ ਕਹੂਗੀ ਉਸ ਹਿਸਾਬ ਨਾਲ ਚੱਲਣਾ। ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕਿਸ ਤਰ੍ਹਾਂ ਲੱਗਦਾ ਕਿ ਨਿਯਮਾਂ ਦੀ ਪਾਲਣਾ ਲੋਕਾਂ ਤੋਂ ਕਰਵਾਈ ਜਾ ਰਹੀ ਹੈ? ਅਪੀਲ ਵੀ ਕੀਤੀ ਜਾ ਰਹੀ ਹੈ, ਨਾਕੇ ਵੀ ਲਗਾਏ ਜਾ ਰਹੇ ਨੇ। ਕੀ ਲੱਗਦਾ ਸਾਰਾ ਪ੍ਰਬੰਧ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ, ਢੰਗ ਨਾਲ ਦੇਖਿਆ ਜਾ ਰਿਹਾ? ਅੱਧੀ ਪਬਲਿਕ ਦੁਖੀ ਹੈ, ਅੱਧੀ ਖੁਸ਼ ਹੈ। ਕੁਝ ਜਿਹੜੀ ਦੁਕਾਨਾਂ ਖੁੱਲੀਆਂ ਉਹ ਤਾਂ ਖੁਸ਼ ਹੈਗੇ ਆ, ਜਿਨ੍ਹਾਂ ਦੀ ਬੰਦ ਹੈ ਉਹ ਵਿਚਾਰੇ ਰੋ ਰਹੇ ਆ ਇਸ ਟਾਈਮ। ਅੱਧੀ ਪਬਲਿਕ ਦੁਖੀ ਹੈ ਜੀ, ਅੱਧੀ ਸੁਖੀ ਹੈ। ਹੁਣ ਜੇ ਆਪਾਂ ਗੱਲ ਕਰ ਲਈਏ ਆਟੋ ਰਿਕਸ਼ਾ ਦੀ, ਕਿਉਂਕਿ ਪਹਿਲਾਂ ਵੀ ਲਾਕਡਾਊਨ ਲੱਗਿਆ ਸੀ, ਹੁਣ ਦੁਬਾਰਾ ਖੁੱਲ੍ਹਿਆ ਤਾਂ ਮਸਾਂ ਇਹਨਾਂ ਦਾ ਕੰਮ ਚੱਲਿਆ ਸੀ ਆਟੋ ਰਿਕਸ਼ਾ ਵਾਲਿਆਂ ਦਾ, ਕਿਉਂਕਿ ਪੈਟਰੋਲ ਦੀਆਂ ਕੀਮਤਾਂ ਵੀ ਆਪਾਂ ਦੇਖੀਆਂ ਵੱਧਦੀਆਂ ਗਈਆਂ। ਹੁਣ ਦੁਬਾਰਾ ਤੋਂ ਲਾਕਡਾਊਨ ਆ ਗਿਆ ਤਾਂ ਰਿਕਸ਼ੇ ਵਾਲਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੰਮ ਨੂੰ ਕਿੰਨਾ ਕੁ ਪ੍ਰਭਾਵਿਤ ਹੋਣਗੇ, ਕਿੰਨਾ ਕੁ ਹੋਊਗਾ? ਬਹੁਤ ਫਰਕ ਪਿਆ ਜੀ। ਲੋਕਾਂ ਤੋਂ ਕਿਸ਼ਤ ਨਹੀਂ ਨਿਕਲ ਰਹੀ ਜੀ ਆਟੋ ਦੀ। ਪਹਿਲਾਂ ਹੀ ਦਬੇ ਹੋਏ ਸੀ, ਹੁਣ ਹੋਰ ਦਬ ਗਏ। ਹੁਣ ਜਿੱਦਾਂ ਦਿੱਲੀ ਵਿੱਚ ਤਾਂ ਕੁਝ ਨਾ ਕੁਝ ਮਿਲ ਰਿਹਾ ਆਟੋ ਵਾਲਿਆਂ ਨੂੰ, ਕੇਜਰੀਵਾਲ ਜੀ ਨੇ 5-5 ਹਜ਼ਾਰ ਰੁਪਏ ਦੇ ਰਹੇ ਆ। ਇੱਥੇ ਕੁਝ ਵੀ ਨਹੀਂ ਹੈ। ਤੁਹਾਨੂੰ ਲੱਗਦਾ ਦਿੱਲੀ ਦੇ ਵਿੱਚ ਮਿਲ ਰਿਹਾ? ਨਹੀਂ, ਦੇਖੋ ਨਿਊਜ਼ 'ਚ ਜਿਸ ਤਰ੍ਹਾਂ ਸੁਣਦੇ ਆ ਆਪਾਂ ਤਾਂ ਜਿੱਦਾਂ ਮੀਡੀਆ ਨੇ ਦੱਸਣਾ ਉੱਦਾਂ ਹੀ ਮੰਨਣਾ ਜੀ ਆਪਾਂ ਤਾਂ। ਤੁਸੀਂ ਫਿਰ ਇੱਥੋਂ ਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਜਿਹੜੇ ਆਟੋ ਡਰਾਈਵਰ ਨੇ? ਗਰੀਬ ਬੰਦੇ ਦੀ ਮਦਦ ਕਰੀ ਜਾਵੇ ਜੀ। ਹੁਣ ਆਪਾਂ ਜਿੱਦਾਂ ਕੱਲ੍ਹ 120 ਦੀ ਗੈਸ ਪਵਾਈ ਸੀਗੀ, 150 ਰੁਪਏ ਵੱਟਿਆ। ਉਹਦੇ ਨਾਲ ਘਰ ਦਾ ਗੁਜ਼ਾਰਾ ਕਿੱਦਾਂ ਚੱਲੂਗਾ ਜੀ? ਕਿਰਾਏ ਦਾ ਮਕਾਨ ਹੈ, ਕਿਰਾਏ ਦਾ ਸਾਰਾ ਹਿਸਾਬ ਕਿਤਾਬ ਆ, ਗੁਜ਼ਾਰਾ ਚਲਾਉਣਾ ਔਖਾ ਹੈਗਾ। ਕੀ
ਲੱਗਦਾ 11 ਮਈ ਤੱਕ ਹੁਣ ਕਿਹਾਗਾ, ਜੇ ਅੱਗੇ ਲੋਕਡਾਊਨ ਵੱਧਦਾ ਜਾਂ ਨਿਯਮ ਵੱਧਦੇ ਨੇ ਤਾਂ ਲੋਕਾਂ ਨੂੰ ਫਿਰ ਇੱਥੋਂ ਲੱਗਦਾ ਪ੍ਰਵਾਸ ਵੀ ਕਰਨਾ ਪਊ, ਜਿਵੇਂ ਪਿਛਲੀ ਵਾਰ ਲੋਕ ਚਲੇ ਗਏ ਸੀ। ਆਪਾਂ ਤਾਂ ਇੱਥੇ ਦੇ ਵਸਿੰਦੇ ਹੈਗੇ, ਉਹ ਜਿਨ੍ਹਾਂ ਦੇ ਟਿਕਾਣੇ ਹੈਗੇ ਉਹ ਤਾਂ ਜਾ ਰਹੇ ਆ। ਹੁਣ ਸਾਡੇ ਵਰਗਿਆਂ ਨੇ ਤਾਂ ਰਹਿਣਾ ਇੱਥੇ, ਖਾਣਾ ਇੱਥੇ। ਹੁਣ ਜੇ ਕੰਮ ਹੋਊਗਾ ਤਾਂ ਖਾ ਲਾਂਗੇ, ਨਹੀਂ ਤਾਂ ਬੈਠੇ ਆ ਜੀ। ਬਾਕੀ ਗਵਰਨਮੈਂਟ ਜਿਸ ਤਰ੍ਹਾਂ ਕਰੂਗੀ ਉਸ ਤਰ੍ਹਾਂ ਚੱਲ ਰਿਹਾ। ਸੋ ਤੁਸੀਂ ਸੁਣ ਸਕਦੇ ਹੋ ਕਿ ਸਰਕਾਰ ਦੇ ਨਾਲ ਇੱਕ ਤਰ੍ਹਾਂ ਨਾਲ ਸਹਿਮਤੀ ਵੀ ਹੈ ਕਿ ਨਿਯਮ ਲਾਗੂ ਹੋਣੇ ਚਾਹੀਦੇ ਨੇ, ਕਿਉਂਕਿ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਹੈ, ਬੜੇ ਭਿਆਨਕ ਤਰੀਕੇ ਨਾਲ ਇਸਨੇ ਭਾਰਤ ਨੂੰ ਜਿਹੜਾ ਪ੍ਰਭਾਵਿਤ ਕਰ ਰਹੀ ਹੈ ਲਹਿਰ। ਤੇ ਇਸ ਦਰਮਿਆਨ ਲੋਕਾਂ ਦਾ ਆਖਣਾ ਹੈ ਕਿ ਨਿਯਮ ਚੰਗੇ ਨੇ, ਪਰ ਇਸ ਦਰਮਿਆਨ ਇਹ ਵੀ ਇੱਕ ਚਿੰਤਾ ਹੈ ਕਿ ਰੋਟੀ ਪਾਣੀ ਦਾ ਖਰਚਾ ਕਿੱਥੋਂ ਚੱਲੇਗਾ, ਕਿਉਂਕਿ ਜਿਹੜੇ ਲੋਕ ਹਰ ਰੋਜ਼ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ, ਨਿੱਤ ਦੀਆਂ ਦਿਹਾੜੀਆਂ ਕਰਦੇ ਨੇ, ਉਹਨਾਂ ਦੇ ਲਈ ਲੋਕਡਾਊਨ ਤਾਂ ਇੱਕ ਦੋਹਰੀ ਮਾਰ ਹੋ ਜਾਂਦੀ ਹੈ ਕਰੋਨਾ ਦੇ ਨਾਲ। ਸੋ ਤੁਹਾਨੂੰ ਹੋਰ ਵੀ ਦ੍ਰਿਸ਼ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਇੱਥੇ ਲੋਕਡਾਊਨ ਜਾਂ ਜਿਹੜੇ ਨਿਯਮ ਲਾਗੂ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ, ਉਹਦੇ ਜਿਹੜੇ ਦ੍ਰਿਸ਼ ਕਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਨੇ। ਸੜਕਾਂ 'ਤੇ ਤੁਸੀਂ ਦੇਖ ਸਕਦੇ ਹੋ ਕਿ ਆਵਾਜਾਈ ਕਾਫੀ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਸੜਕਾਂ ਦੇ ਉੱਪਰ ਆਵਾਜਾਈ ਦੇ ਉੱਪਰ ਰੋਕ ਨਹੀਂ ਲਗਾਈ ਗਈ ਹੈ ਸਰਕਾਰ ਵੱਲੋਂ। ਉਹਨਾਂ ਦਾ ਆਖਣਾ ਹੈ ਕਿ ਆਵਾਜਾਈ ਦੇ ਉੱਪਰ ਰੋਕ ਨਹੀਂ ਲਗਾਈ ਜਾਵੇਗੀ, ਪਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਿਰਫ ਜ਼ਰੂਰੀ ਕੰਮਾਂ ਦੇ ਲਈ ਹੀ ਬਾਹਰ ਨਿਕਲਿਆ ਜਾਵੇ। ਪ੍ਰਾਈਵੇਟ ਕੰਮਾਂ ਨੂੰ ਵੀ ਆਖਿਆ ਗਿਆ ਕਿ ਉਹ ਘਰੇ ਬੈਠ ਕੇ ਕੰਮ ਕਰਨ। ਤੇ ਇਸ ਤੋਂ ਇਲਾਵਾ ਸਰਕਾਰੀ ਜਿਹੜੇ ਦਫ਼ਤਰ ਨੇ ਉਹਨਾਂ ਦੇ ਵਿੱਚ 50% ਜਿਹੜੇ ਕਰਮਚਾਰੀਆਂ ਨੂੰ ਜਾਣ ਦੀ ਛੂਟ ਦਿੱਤੀ ਗਈ ਹੈ। ਇਸ ਤਰ੍ਹਾਂ ਵੱਖ-ਵੱਖ ਜਿਹੜੇ ਇੱਥੇ ਲੋਕ ਨੇ ਜੋ ਜਾ ਰਹੇ ਨੇ, ਉਹਨਾਂ ਦੀ ਚੈਕਿੰਗ ਵੀ, ਜਿਹੜੇ ਨਾਕੇ ਲਗਾਏ ਜਾ ਰਹੇ ਨੇ ਪੁਲਿਸ ਦੁਆਰਾ, ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਕਿਸ ਕੰਮ ਦੇ ਲਈ ਜਾ ਰਹੇ ਨੇ, ਅਤੇ ਜੋ ਬਿਨਾਂ ਕੰਮ ਤੋਂ ਬਾਹਰ ਜਾ ਰਹੇ ਨੇ ਉਹਨਾਂ ਦੇ ਉੱਪਰ ਨਿਯਮ ਵੀ ਲਾਗੂ ਕੀਤੇ ਜਾ ਰਹੇ ਨੇ, ਉਹਨਾਂ ਦੇ ਉੱਪਰ ਜਿਹੜੇ ਆ ਉਹਨਾਂ ਨੂੰ फाइन भी लगाए जा रहे हैं। यहाँ चंडीगढ़ में फ्रूट्स की आपने रेडी लगाई हुई है, तो कैसे काम चलता है अभी, जैसे नियम लागू हो गए हैं लॉकडाउन जैसे? मैडम काम तो कम ही चल रहा है इस टाइम, काम पूरा नहीं चल रहा है। ऐसा मान लो रोटी भी खानी मुश्किल हो रही है इस टाइम। कितने ग्राहक आ जाते हैं? ग्राहक का ऐसा मान लो 5-7 हज़ार का माल डालते हैं, वही शाम तक टाइम हो जाता तो बिकता नहीं, फिर वापसी ले जाना पड़ता है। 5 बजे तो वापस चले जाते हैं, तो जो 5 बजे घर जो नहीं बिकता सामान उसका क्या करते हो? वो मैडम डाल देते हैं, फिर बच्चे बुच्चे खा जाते हैं, और क्या करना है उसका बांट देते हैं, कोई दूसरे दिन तो बासी हो जाता है। फिर अभी क्या लगता है, जैसे निज़म ऐसे 11 मई तक रहने हैं, उसके बाद ही पता लगेगा कि प्रशासन क्या फैसला लेता है, तो कैसे काम चलेगा? मैडम कहने का मतलब ये हमारा काम चलना चाहिए और सबके लिए रोटी मिलनी चाहिए, और क्या काम करना है। क्या लगता है सरकार ने जो निज़म लागू किए हैं वो भी लोगों के लिए किए हैं, लेकिन परेशानी हो रही है? नहीं, ऐसा नहीं करना चाहिए। ऐसा सब दुकानें मतलब हल्की हल्की सब खुलनी चाहिए, सबको रोटी मिलनी चाहिए, इसका मतलब ये है। फ्रूट्स वाली तो तभी भी खुली है, बाकी तो बंद ही कर दी। मतलब फिर भी दुकानदारी में तो हानिकारक है, पूरा काम नहीं चल रहा ना ढंग से। बंदे घरों में, अब बाहर कम निकलना रोडों पे। तो आप कहाँ से आए हो? हम किशनगढ़ से आए हैं। और यहाँ पर परिवार के समेत रहते हो? हाँ, परिवार के साथ रहते हैं जी। तो कैसे गुजारा होता है घर का? यार मैडम ऐसा ही है, तुम बताइए अब गरीब आदमी क्या करेगा। गरीब आदमी तो यही खाएगा, कभी 100 कमा लिए, कभी 500 कमा लिए, वो खर्चा कर ले, कोई जोड़ थोड़ी पाता है पैसे। कोविड के लिए सारी जो निज़म है, जैसे मास्क या सैनिटाइज़र, सफाई रखने का, वो सब पालन करते हो आप? वो तो पालन हो रहा है पूरा। दिक्कत यही है कि मतलब ऐसा मान लो सही तरीके से कमाई नहीं हो रही। ਉਨੀ ਦੇ ਬਾਜ਼ਾਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ, ਜਿਸ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਨੇ। ਬਾਜ਼ਾਰ ਦੇ ਵਿੱਚ ਸਾਰੀਆਂ ਦੁਕਾਨਾਂ ਇੱਥੇ ਬੰਦ ਦਿਖਾਈ ਦੇ ਰਹੀਆਂ ਨੇ, ਸ਼ਟਰ ਬੰਦ ਨੇ, ਕਿਉਂਕਿ ਹੁਣ ਲੋਕਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ ਤੇ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ। ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਇੱਥੇ ਦ੍ਰਿਸ਼ ਹੈ, ਸਾਰੀਆਂ ਦੁਕਾਨਾਂ ਦੇ ਸ਼ਟਰ ਬੰਦ ਨੇ ਅਤੇ ਪੂਰੀ ਤਰ੍ਹਾਂ ਇੱਥੇ ਸੁਨਸਾਨ ਦੇਖਣ ਨੂੰ ਸਾਫ਼ ਤੌਰ ਤੇ ਮਿਲ ਸਕਦੀ ਹੈ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਨਿਯਮ ਲਾਗੂ ਕੀਤੇ ਗਏ ਨੇ ਕਿ ਸਿਰਫ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ ਤੇ 5 ਵਜੇ ਸਾਰੀਆਂ ਦੁਕਾਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ 6 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਰਾਤ ਦਾ ਕਰਫਿਊ ਹੈ ਜਿਹੜਾ ਉਹ ਲਾਗੂ ਕੀਤਾ ਗਿਆ। ਇਹ ਸਾਰੇ ਨਿਯਮ 11 ਜਿਹੜੇ ਮਈ ਤੱਕ ਲਾਗੂ ਰਹਿਣੇ ਨੇ। ਉਸ ਤੋਂ ਬਾਅਦ ਅਗਲੀ ਜਿਹੜੀ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਤੇ ਉਸ ਦੇ ਵਿੱਚ ਅਗਲੇ ਨਿਯਮ ਤੈਅ ਕੀਤੇ ਜਾਣਗੇ। ਜਿਸ ਤਰ੍ਹਾਂ ਦੇ ਹਾਲਾਤ ਬਣਨਗੇ, ਜਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਣਗੇ ਚੰਡੀਗੜ੍ਹ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ, ਉਸ ਤਰ੍ਹਾਂ ਹੀ ਅਗਲੇ ਨਿਯਮਾਂ ਨੂੰ ਜਿਹੜਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ। ਪਰ ਫਿਲਹਾਲ ਜੋ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਚੰਡੀਗੜ੍ਹ ਦੇ ਵਿੱਚ,
ਪੂਰੀ ਤਰੀਕੇ ਨਾਲ ਜੋ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੋਕ ਘਰਾਂ ਦੇ ਵਿੱਚ ਬੈਠਣ ਨੂੰ ਤਰਜੀਹ ਦੇ ਰਹੇ ਨੇ। ਇਸ ਤੋਂ ਇਲਾਵਾ ਸੜਕਾਂ ਦੇ ਉੱਪਰ ਵੀ ਜਿਹੜੀ ਹੈ ਆਵਾਜਾਈ ਘੱਟ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਪ੍ਰਾਈਵੇਟ ਜੋ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਘਰ ਵਿੱਚ ਬੈਠ ਕੇ ਕੰਮ ਕਰਨ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਨੂੰ ਆਖਿਆ ਗਿਆ ਹੈ ਕਿ ਉਹ 50% ਜਿਹੜੀ ਉਹਨਾਂ ਦੀ ਕਰਮਚਾਰੀਆਂ ਦੇ ਨਾਲ ਜਿਹੜੇ ਦਫ਼ਤਰ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਤੋਂ ਬਿਨਾਂ ਬਾਕੀ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਨੇ। ਜਿਸ ਤਰ੍ਹਾਂ ਦਾ ਅਸਰ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਚੰਡੀਗੜ੍ਹ ਦੀਆਂ ਸੜਕਾਂ ਦੀ ਗੱਲ ਕਰ ਲਈਏ, ਬਾਜ਼ਾਰਾਂ ਦੀ ਗੱਲ ਕਰ ਲਈਏ, ਜਿੱਥੇ ਰਸ਼ ਦੇਖਣ ਨੂੰ ਮਿਲਦਾ ਸੀ ਉਹਨਾਂ ਥਾਵਾਂ ਦੀ ਗੱਲ ਕਰ ਲਈਏ, ਹੁਣ ਉਹ ਖਾਲੀ ਦੇਖਣ ਨੂੰ ਮਿਲ ਰਹੇ ਨੇ। ਪਰ ਹੁਣ ਜੋ ਖਾਲੀਪਣ ਹੈ ਉਹ ਇਸ ਨੂੰ ਇੱਕ ਸੁੰਨਾਪਣ ਕਹਿ ਸਕਦੇ ਹਾਂ, ਉਸ ਨੂੰ ਖੂਬਸੂਰਤੀ ਨਹੀਂ ਕਹਿ ਸਕਦੇ, ਕਿਉਂਕਿ ਕਰੋਨਾ ਦੀ ਦੂਸਰੀ ਲਹਿਰ ਦੇ ਦਰਮਿਆਨ ਜਿਹੜੇ ਦਿਸ਼ਾ ਨਿਰਦੇਸ਼ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਲਾਗੂ ਕੀਤੇ ਗਏ ਨੇ, ਹੁਣ ਦੇਖਣਾ ਹੋਵੇਗਾ ਅੱਗੇ ਕੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਅਤੇ ਕਿਸ ਤਰ੍ਹਾਂ ਦਾ ਪ੍ਰਭਾਵ ਲੋਕਾਂ ਦੀ ਜ਼ਿੰਦਗੀ ਤੇ ਪੈਂਦਾ ਹੈ। ਕਿਉਂਕਿ ਫਿਲਹਾਲ ਤਾਂ ਲੋਕਾਂ ਦੁਆਰਾ ਭਾਵੇਂ ਸਰਕਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ, ਉਹਨਾਂ ਦਾ ਆਖਣਾ ਹੈ ਕਿ ਕਰੋਨਾ ਮਹਾਮਾਰੀ ਦੇ ਦਰਮਿਆਨ ਇਹ ਨਿਯਮ ਜ਼ਰੂਰੀ ਨੇ। ਪਰ ਦੂਸਰੇ ਪਾਸੇ ਸਿੱਕੇ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜੋ ਲੋਕ ਰੋਜ਼ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ, ਨਿੱਤ ਦੇ ਕੰਮ ਕਰਦੇ ਨੇ, ਉਹਨਾਂ ਦਾ ਆਖਣਾ ਹੈ ਕਿ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਦੇ ਵਿੱਚ ਆਪਣੇ ਪਰਿਵਾਰ ਚਲਾਉਣ ਦੇ ਵਿੱਚ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਰਕਾਰ ਨੂੰ ਉਹਨਾਂ ਦਾ ਵੀ ਧਿਆਨ ਆ ਜਿਹੜਾ ਰੱਖਣਾ ਚਾਹੀਦਾ, ਉਹਨਾਂ ਦੇ ਇਹਨਾਂ ਪੱਖਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਸੋ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਕੈਮਰਾਮੈਨ ਸੁਨੀਲ ਦੇ ਨਾਲ ਰਾਜਦੀਪ ਕੌਰ, ਚੰਡੀਗੜ੍ਹ।